सुख पाए नाम जपत परम सुख पाए परम सुख पाए नाम जपत परम सुख पाए नाम जपत परम सुख पाए नाम जपत परम सुख पाए वे मन राम स्यों कर प्रीत श्रवण गोबिंद गुण सुनो हर गावो रसना गीत गुण गावत होवत परगास गुण गावत होवत परगास गुण गावत होवत परगास कमल में होए निवास चरण कमल में होए निवास कमल में होए निवास कमल में होए निवास गावो राम के गीत गावो राम के गीत समझत सिख दे हारे नीत नानक पाओ जग पार परै जो गावे प्रभ के गीत संत संगत में होए उदार संत संगत में होए उदार Oh,
ਨਵਾਜੀ ਅਤੇ ਨਿਵਾਜੀ ਸਾਧ ਸੰਗਤ ਜੀ, ਆਪਣੀ ਮਨਬਿਰਤੀ ਇਕਾਗਰ ਕਰਨ ਲਈ, ਰਸਨਾ ਪਿੱਤਰ ਕਰਨ ਲਈ ਸਾਰੇ ਮਾਈ ਭਾਈ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਸਾਧ ਸੰਗਤ ਜੀ। ਆਪ ਜੀ ਨੇ ਪਹਿਲਾਂ ਬਹੁਤ ਸਾਰੇ ਕਲਾਕਾਰਾਂ ਪਾਸੋਂ ਕੀਰਤਨ ਸਰਵਣ ਕੀਤਾ ਹੈ। ਨਾ ਤਾਂ ਮੈਂ ਗਾਇਕ ਹਾਂ, ਨਾ ਤਾਂ ਮੈਨੂੰ ਗਾਉਣਾ ਆਉਂਦਾ ਹੈ, ਨਾ ਵਜਾਉਣਾ ਆਉਂਦਾ ਹੈ। ਉਹ ਜਿੱਦਾਂ ਵੀ ਹੈ ਚਲਾ ਲਈਦਾ। ਬਾਕੀ ਦੇ ਨਾਲ ਸਾਰੇ ਵੀਰ ਰਲ ਕੇ ਮੇਰੇ ਨਾਲ ਪੜ੍ਹ ਲੈਂਦੇ ਹਨ। ਸੋ ਗਲਤੀਆਂ ਮੇਰੀਆਂ ਮਾਫ ਕਰ ਦਿਓ ਜੇ ਗਾਉਣ 'ਚ ਜਿੰਨੀਆਂ ਵੀ ਹੁੰਦੀਆਂ ਹਨ ਮੇਰੇ ਪਾਸੋਂ। ਸੋ ਸਾਧ ਸੰਗਤ ਜੀ, ਜਿਸ ਤਰ੍ਹਾਂ ਆਪ ਸਾਰਿਆਂ ਨੇ ਬੱਚਿਆਂ ਪਾਸੋਂ, ਸੰਤਾਂ ਪਾਸੋਂ ਕਾਫੀ ਕੁਛ ਸਰਵਣ ਕੀਤਾ ਹੈ ਕਿ ਆਪਾਂ ਸਾਰੇ ਅੱਜ ਵਿਸਾਖੀ ਦਾ ਪੁਰਬ ਵਾਸਤੇ ਇਕੱਤਰਿਤ ਹੋਏ ਹਾਂ, ਇਕੱਠੇ ਹੋਏ ਹਾਂ। ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ ਵਾਲੇ ਦਿਨ 1699 ਪੰਥ ਦੀ ਸਾਜਨਾ ਕੀਤੀ। ਮੈਂ ਥੋੜਾ ਜਿਹਾ ਇਹਦੇ ਵਿੱਚ ਦੱਸਣਾ ਚਾਹੁੰਦਾ ਹਾਂ ਕਿਉਂਕਿ ਮੇਰਾ ਅਸਲੀ ਗੱਲ ਪ੍ਰਕਰਣ ਇਹ ਨਹੀਂ ਸੀ। ਮੇਰਾ ਪ੍ਰਕਰਣ ਜ਼ਿਆਦਾ ਗੁਰੂ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੇ ਉੱਪਰ ਹੈ। ਪਰ ਛੋਟੇ ਬੱਚਿਆਂ ਨੇ ਬੜੀ ਮਿਹਨਤ ਕਰਕੇ ਬੜੀ ਵਧੀਆ ਉਹਨਾਂ ਨੇ ਪ੍ਰੈਜੈਂਟੇਸ਼ਨ ਦਿੱਤੀ। ਪਰ ਕਈ ਚੀਜ਼ਾਂ ਹੁੰਦੀਆਂ ਹਨ ਜੋ ਇੰਟਰਨੈਟ ਦੇ ਉੱਪਰ ਦਿਖਾਈਆਂ ਜਾਂਦੀਆਂ ਹਨ ਜਾਂ ਦੱਸੀਆਂ ਜਾਂਦੀਆਂ ਹਨ, ਉਹ ਠੀਕ ਨਹੀਂ ਹੁੰਦੀਆਂ। ਸਾਡੇ ਇਤਿਹਾਸ ਦੇ ਮੁਤਾਬਿਕ, ਸ੍ਰੀ ਸਤਿਗੁਰੂ ਜੀ ਦੇ ਹੁਕਮਾਂ ਮੁਤਾਬਿਕ ਉਹ ਠੀਕ ਨਹੀਂ ਹੁੰਦੀਆਂ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ, ਮੈਂ ਥੋੜਾ ਜਿਹਾ ਟੂਕ ਮਾਤਰ ਉਹਦਾ ਅੱਜ ਕਰਕੇ ਫਿਰ ਅੱਗੇ ਚੱਲਾਂਗਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਇਹ ਖਾਲਸਾ ਪੰਥ ਦੀ ਰਚਨਾ ਕੀਤੀ, ਉਸ ਵੇਲੇ ਉਹ ਆਪ ਹੀ ਜਿਹੜੀ ਉਹਨਾਂ ਦੀ ਗੁਰਬਾਣੀ ਹੈ ਉਹਦੇ ਵਿੱਚੋਂ ਹੀ ਸਾਨੂੰ ਸਾਰਾ ਕੁਝ ਇਤਿਹਾਸ ਮਿਲ ਜਾਂਦਾ ਹੈ। ਉਗਰਦੰਤੀ ਦੇ ਵਿੱਚ ਸੱਚੇ ਪਾਤਸ਼ਾਹ ਜੀ ਪੰਜਵੇਂ ਜਿਹੜਾ ਛੰਦ ਉਸ ਦੇ ਵਿੱਚ ਕਿਰਪਾ ਕਰਦੇ ਹਨ। ਕਹਿੰਦੇ ਹਨ ਕਿ ਦੋ ਪੰਥ ਮੈਂ ਕਪਟ ਵਿਦਿਆ ਚਲਾਨੀ, ਬਹੁੜ ਤੀਸਰਾ ਪੰਥ ਕੀਜੇ ਪ੍ਰਧਾਨੀ, ਜੋ ਉਪਜੇ ਮਰੇ ਤਾਹੇ ਸਿਮਰਨ ਨਾ ਕੀਜੇ, ਅਟਲ ਪੁਰਖ ਅਕਾਲ का नाम लीजे, मणि गौर देवर मसीता गरायन, तू ही एक अकाल हर हर जपायन। ਉਹਦੇ ਵਿੱਚ ਹੀ ਉਹਨਾਂ ਨੇ ਦੱਸ ਦਿੱਤਾ ਕਿ ਉਸ ਵੇਲੇ ਦੋ ਪੰਥ ਚੱਲਦੇ ਸਨ, ਇੱਕ ਹਿੰਦੂ ਤੇ ਇੱਕ ਮੁਸਲਮਾਨ। ਇਹਨਾਂ ਦੋਨਾਂ ਦੇ ਵਿੱਚ ਕੁਰੀਤੀਆਂ ਆ ਗਈਆਂ ਸਨ। ਉਹ ਗਲਤ ਕੰਮ ਲਾਪੇ ਸੇ ਕਰਨ। ਜਿਹੜੇ ਹਿੰਦੂ ਸਨ ਉਹ ਆਪਣਾ ਜੋ ਹਿੰਦੂ ਧਰਮ ਸੀ ਉਹਨੂੰ ਛੱਡ ਕੇ ਉਹ ਡਰਦੇ ਮੁਸਲਮਾਨਾਂ ਦੀ ਰੀਤੀ ਅਪਣਾਉਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਉਹਨਾਂ ਨਾਲ ਅਸੀਂ ਜਿਹੜਾ ਚਮਚਾਗਿਰੀ ਉਹਨਾਂ ਦੀ ਕਰੀਏ, ਤਾਂ ਕਿਉਂਕਿ ਰਾਜ ਉਹਨਾਂ ਦਾ ਸੀ। ਖਿਮਾ ਕਰਨਾ ਇਸ ਵੇਲੇ ਵੀ ਇਦਾਂ ਦਾ ਹੀ ਹੈ ਸਾਡੇ ਬੱਚਿਆਂ ਦਾ। ਮੇਰੀ ਜਿਹੜੀ ਮੈਂ ਜੋ ਗੱਲਬਾਤ ਜਾਂ ਕੁਝ ਵੀ ਅਰਜ਼ਾਂ ਕਰਦਾ ਹਾਂ, ਮੇਰੀ ਜੋ ਆਪਣਾ ਅਨੁਭਵ ਹੁੰਦਾ ਹੈ ਉਹ ਜ਼ਿਆਦਾਤਰ ਮੈਂ ਕਰਦਾ ਹਾਂ। ਕਈ ਵਾਰ ਮੇਰੇ ਅਨੁਭਵ ਦੇ ਵਿੱਚ ਗਲਤੀ ਵੀ ਹੋ ਸਕਦੀ ਹੈ। ਜਿਸ ਤਰ੍ਹਾਂ ਇਸ ਵੇਲੇ ਵੀ ਸਮਾਂ ਹੈ ਕਿ ਅਸੀਂ ਸਾਡੇ ਬੱਚੇ, ਅਸੀਂ ਗੋਰੀਆਂ ਨੂੰ ਖੁਸ਼ ਕਰਨ ਵਾਸਤੇ, ਜਿੱਦਾਂ ਅੰਗਰੇਜ਼ ਸਰਕਾਰ ਨੂੰ ਖੁਸ਼ ਕਰਨ ਵਾਸਤੇ ਅਸੀਂ ਉਹਨਾਂ ਮੰਗਰ ਬੋਲੀ ਬੋਲਦੇ ਹਾਂ। ਉਹ ਕਈ ਵਾਰ ਤਾਂ ਉਹਨਾਂ ਦੀ ਪੰਜਾਬੀ ਵੀ ਇਦਾਂ ਲੱਗਦੀ ਕਿ ਪੰਜਾਬੀ ਬੋਲਦੇ ਜਾਂ ਅੰਗਰੇਜ਼ੀ ਬੋਲਦੇ, ਪਤਾ ਨਹੀਂ ਲੱਗਦਾ। ਉਹ ਐਕਸੈਂਟ ਇਦਾਂ ਦਾ ਹੁੰਦਾ ਹੈ, ਜਾਣੀ ਕਿ ਅਸੀਂ ਉਹ ਜਿੱਦਾਂ ਆਮ ਦੂਸਰਾ ਭਾਸ਼ਾ ਕਹਿ ਰਹੇ ਗੋਰਾਫਾਈਡ ਇੰਨੇ ਬੰਦੇ ਹੋ ਚੁੱਕੇ ਹਨ। ਉਹ ਕਾਹਦੇ ਵਾਸਤੇ ਹੋ ਚੁੱਕੇ ਹਨ? ਕਿਹਨੂੰ ਦਿਖਾਉਣ ਵਾਸਤੇ ਕਰ ਰਹੇ ਹਨ? ਸਾਡੇ ਮਾਤਾ ਪਿਤਾ ਨੂੰ ਤਾਂ ਪੰਜਾਬੀ ਆਉਂਦੀ ਹੈ, ਉਹ ਤਾਂ ਅੰਗਰੇਜ਼ੀ ਬੋਲਦੇ ਨਹੀਂ, ਪਰ ਅਸੀਂ ਕਿਹਨੂੰ ਅੰਗਰੇਜ਼ੀ ਸੁਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਉਹਨਾਂ ਵਾਂਗ ਕੱਪੜੇ ਪਾਉਂਦੇ ਹਾਂ, ਉਹਨਾਂ ਦੇ ਤਿਉਹਾਰ ਮਨਾਉਂਦੇ ਹਾਂ, ਉਹਨਾਂ ਵਾਂਗ ਅਸੀਂ ਉੱਠਦੇ ਬੈਠਦੇ ਹਾਂ। ਸਾਰਾ ਕੁਝ ਸਾਡਾ ਅੰਗਰੇਜ਼ਾਂ ਵਰਗਾ ਬਣਦਾ ਜਾ ਰਿਹਾ ਹੈ। ਮੈਂ ਖਿਮਾ ਕਰਨਾ, ਅਸੀਂ ਉਹਨਾਂ ਆਪਣਾ ਗੁਰੂ ਗੋਬਿੰਦ ਸਿੰਘ ਜੀ ਦਾ ਤਿਉਹਾਰ ਜਾਂ ਵਿਸਾਖੀ ਆਪ ਦੇਖ ਹੀ ਸਕਦੇ ਹਾਂ ਸੰਗਤ ਕਿੰਨੀ ਹੈ। ਵਿਸਾਖੀ ਦਾ ਪੁਰਬ ਹੋਏ, ਕ੍ਰਿਸਮਸ ਦੇ ਉਸ ਤਰ੍ਹਾਂ ਪੁਰਬ ਦਾ ਹੋਵੇ, ਦੋਨਾਂ 'ਚ ਫਰਕ ਦੇਖ ਲਈਓ। ਕ੍ਰਿਸਮਸ ਦੇ ਅੰਦਰ ਜਿੰਨੀ ਸਾਡੇ ਘਰ ਦੇ ਅੰਦਰ ਸੰਗਤ ਹੁੰਦੀ, ਉਨੀ ਗੁਰਦੁਆਰੇ ਨਹੀਂ ਹੁੰਦੀ। ਦੇਖ ਲਈਓ, ਛੋਟੇ ਤੋਂ ਲੈ ਕੇ ਬੱਚੇ ਤੱਕ ਉਹ ਸਿਰ ਤੇ ਟੋਪੀਆਂ ਲਾਈਆਂ ਹੁੰਦੀਆਂ, ਤਾਂ ਜੋ ਪੀਪੀਆਂ ਵਜਾਉਂਦੇ ਫਿਰਦੇ ਆ। ਔਰ ਉਹ ਮੈਂ ਕਹਿੰਦਾ ਕਿ ਉਸ ਤਰ੍ਹਾਂ ਉਹ ਲਾ ਕੇ ਟਰੀ ਜਿਹਾ ਪਤਾ ਨਹੀਂ ਉਹ ਸੁਆਹ ਕੇ ਉਹਦੇ ਉੱਪਰ ਸਜਾਉਂਦੇ ਰਹਿੰਦੇ। ਉਹਦੇ ਉੱਪਰ ਫਿਰ ਸਵੇਰੇ ਮਾਰਨਿੰਗ ਜੀ ਗਿਫਟਾਂ ਦਿੰਦੇ ਹਨ। ਜਿੰਨੇ ਅਸੀਂ ਧੂਮ ਧਾਮ ਨਾਲ ਅਸੀਂ ਅੰਗਰੇਜ਼ਾਂ ਦੇ ਉਸ ਤਰ੍ਹਾਂ ਤਿਉਹਾਰ ਮਨਾਉਂਦੇ, ਆਪਣੇ ਨਹੀਂ ਸੀ ਮਨਾਉਂਦੇ। ਪਰ ਅੰਗਰੇਜ਼ ਫਿਰ ਵੀ ਨਹੀਂ ਅਸੀਂ ਬਣਨਾ। ਅਸੀਂ ਬੇਸ਼ੱਕ ਪੁੱਠੇ ਲੜ ਜੇ, ਖਿਮਾ ਕਰਨਾ, ਅੰਗਰੇਜ਼ ਫਿਰ ਵੀ ਨਹੀਂ ਰਹਿਣਾ। ਉਹਨੇ ਸਾਨੂੰ ਫਿਰ ਵੀ ਇੰਡੀਆ ਨਹੀਂ ਕਹਿਣਾ, ਸਾਨੂੰ ਉਹਨਾਂ ਨੇ ਹਿੰਦੁਸਤਾਨ ਅੰਗਰੇਜ਼ੀ ਨਹੀਂ ਕਹਿਣਾ। ਬੇਸ਼ੱਕ ਸਾਡਾ ਪ੍ਰਧਾਨ ਮੰਤਰੀ ਵੀ ਹੁਣ ਰਿਸ਼ੀ ਹੈ, ਪਰ ਲੇਕਿਨ ਅੰਗਰੇਜ਼ ਉਹਨੂੰ ਵੀ ਨਹੀਂ ਉਹਨਾਂ ਨੇ ਕਹਿਣਾ ਉਹਨੂੰ ਵੀ ਹਿੰਦੁਸਤਾਨੀ ਹੈ। ਕਹਿਣ ਦਾ ਭਾਵ ਮੇਰਾ ਇਹ ਹੈ
कि उस वेले भी इसे तरह का समा आ गया सी कि असी वो जिहड़े मुगल सन उन्होंने खुश करने वास्ते हिंदू कमजोर हो गए सन ते वो फिर जन कमजोरी होना करके ते जिहड़े फिर मुसलमान सी वो साडे उपर कब्जे कर रहे सन, उन्होंने तंग करते सन। इहदे करके वो कमजोर होने करके इन्हां दोनों के अंदर वो गलत काम तुर पे सन। तां करके गुरु गोबिंद सिंह जी नूं इह पंथ की साजना करनी पई। फिर मैं थोड़ा जिहा छोटे दूसरा टाइम च दसांगा। वो फिर जिस वेले सच्चे पातशाह जी ने 5 प्यारियां की परख की खास तौर पर, उस वेले बच्चों ने लिखिया सी कि उहदे उपर टेंट सीगा, उत्थे कोई टेंट नहीं सीगा। वो एक खुला मैदान सी, खुला स्टेज सी, क्योंकि जेडे गुरु गोबिंद सिंह जी उन्होंने अपनी बाणी दे विच है कि जो मेरी जुबान ते है होई मेरे दिल दे विच है, मैं कोई झूठ नहीं बोलता। और दूजी गल है कि जो पंथ की साजना करनी उहदे विच झूठ की बोलना, लुकाउणा की। वो स्टेज ओपन स्टेज सी जिथे उन्होंने सिर कलम कीते सन, सिखां दे सिर कट्टे सन, और उत्थे ही अमृत उन्होंने छका के उन्होंने सुरजीत किया सी। उस तो बाद फिर उन्होंने जाके इशनान करके फिर उन्होंने चिट्टे वस्त्र पाए से। ये मैं नहीं कहता, ये जो श्रोमणी कमेटी उन्होंने वालों जो खालसा तवारीख कोई भी पढ़ लवे, ज्ञानी ज्ञान सिंह जी की लिखी हुई है, उस दे विच इसे तरह ही लिखा है कि उन्होंने उस वेले चिट्टे वस्त्र पाए। गुरु गोबिंद सिंह जी ने भी चिट्टे वस्त्र पाए, और फिर उन्हों का नाम उस वेले गुरु गोबिंद सिंह जी का पहला नाम गोबिंद राय सी। उन्होंने अपना नाम गुरु गोबिंद सिंह रखिया, ते जिहड़े सिख सन उन्हां सारियां दे नाम जिहड़े सी बदल के सिख रखे। फिर उन्होंने मर्यादा दसी, और मर्यादा फिर सच्चे पातशाह ने जिहड़ी दसी वो भी दसम ग्रंथ अपनी बाणी दे विच ही है। निशानी सिखी अरफ 5 काफ, हरगिज न बाशिद 5 मुआफ, कड़ा आकार दो कछ कंगा बिना, बिला केज हस जुमला निशान। कि ये जिहड़े 5 काफ यानी कि 5 ककार हैं, इन्हां तो बगैर सिख नहीं रह सकता। ये हमेशा रहने चाहिए हैं और ये माफ नहीं किए जा सकते। होर बहुत सारिया मर्यादा दसियां जिन्हां करके सिखां दे अंदर वो ताकत सी। तुसी कोई भी बंदा जिद्दां हुण बच्चे अजकल दे उन्होंने एक बहुत फैशन बनया है, सानू भी सी अपने समय ते, वो भार बड़ा चकते, बड़े बड़े डोले बनाते, बॉडी बिल्डिंग करते हैं। मैं कहना कि जे वो एक हफ्ता या महीना छड़ देन, वो बेचारे हिल भी नहीं सकते। लगातार उसकी प्रैक्टिस होंदी रहे, एक्सरसाइज होंदी रहे, शरीर बंदे का ठीक रहता है। इसे तरह ही ये साडा शरीर है, इहदे विच आत्मा है साडी, इहदी भी एक्सरसाइजां होंदियां हन। जे असी मर्यादा दे उपर रवांगे, जिहड़ी मर्यादा सानू गुरु गोबिंद सिंह जी ने दसी, साडे अंदर भी वो शक्ति रहेगी। तो गुरु गोबिंद सिंह जी आप ही वचन करते हैं कि रहनी रहे सोई सिख मेरा, वो साहिब मैं उसका चेहरा। जिहड़ा बंदा मर्यादा रखता है ਉਹਦੇ अंदर वो जोश हुंदा है। कहते कि जब तक खालसा रहे न्यारा तब तक तेज दियो मैं सारा। जो तक ये जिहड़ा खालसा है न्यारा रहेगा, ये बिल्कुल मर्यादा के हिसाब नाल तुरेगा फिरेगा, उदों तक मैं इसनूं तेज दिता हुआ है। पर जदों ये दूसरा खालसा रल मिल जाए है तो इन्हां दा फिर जिहड़ा वो तेज है ना, वो क्षीण होगा, वो जिहड़ा तेज है वो खत्म हो जाएगा। और इसे तरह का ही माहौल बनया श्री गोबिंद सिंह जी तो बाद। वो इस तरह का हो गया कि श्री गुरु गोबिंद सिंह जी आरोप हो गए। उस तो बाद जिहड़ा सिख राज सी, सिखां पास ताकत आ गई, उन्हां पास हिम्मत आ गई, उन्हां पास जगीरां आ गईयां, ऐशो इशरत आ गई। जिहड़े पहला दूसरा जंगलां तुरे फिरदे सी, उन्हां पास राज आ गए। जदों महाराजा रणजीत सिंह ने पंजाब दा राज कायम किया, वो कला नहीं सी, उहदे नाल तकरीबन 12 मिसलां जानी कि 12 होर पार्ट सी जिहड़े इकट्ठे करके वो राज बनाया सी। वो इस तरह उस वेले माहौल सी। पर वो बंदियां ने जदों फिर वो कहंदे हुंदे ना, ये जिहड़ी माया है बड़ी खतरनाक दी है,
ਇਦਾਂ ਹੁੰਦੀ ਹੈ ਕਿ ਇਹ ਮਾਇਆ ਦੋ ਤਰ੍ਹਾਂ ਕੰਮ ਕਰਦੀ ਹੈ, ਜਾਂ ਫਿਰ ਨਰਕਾਂ ਨੂੰ ਲੈ ਜਾਂਦੀ ਹੈ ਜਾਂ ਸਵਰਗਾਂ ਨੂੰ ਲੈ ਜਾਂਦੀ। ਉਹ ਜਿੱਦਾਂ ਨੂੰ ਤੁਸੀਂ ਰੋਕ ਲਓ ਉਧਰ ਨੂੰ ਹੀ ਮਾਇਆ ਲੈ ਜਾਂਦੀ। ਮਾਇਆ ਹੈ ਹੀ ਇਦਾਂ ਦੀ। ਤੇ ਫਿਰ ਜਦੋਂ ਮਾਇਆ ਆ ਗਈ ਤਾਂ ਫਿਰ ਉਹ ਗਲਤ ਪਾਸੇ ਨੂੰ ਕੰਮ ਸ਼ੁਰੂ ਹੋ ਗਿਆ। ਜਿੱਦਾਂ ਕਿਸੇ ਨੇ ਬੜਾ ਵਧੀਆ ਲਿਖਿਆ ਕਿ ਸ੍ਰੀ ਦਸ਼ਮੇਸ਼ ਜੀ ਤੋਂ ਪਿੱਛੋਂ ਜਦੋਂ ਖਾਲਸੇ ਨੇ ਰਾਹ ਤੇ ਕੁਰਾਨ ਮੰਨ ਲਿਆ, ਬੁਰਸ਼ਿਆਂ ਨੇ ਲੁੱਟਮਾਰ ਬਹੁਤ ਕੀਤੀ, ਨਿਰਬਲਾਂ ਨਿਰਦੋਸ਼ੀਆਂ ਗਰੀਬਾਂ ਨੂੰ ਦਬਲਿਆ, ਅੱਤ ਦਾ ਤੇ ਰੱਬ ਦਾ ਹੈ ਵੈਰ ਮਸ਼ਹੂਰ ਤੋਂ, ਇਹਨਾਂ ਦਾ ਵੀ ਕੁਦਰਤ ਨੇ ਪਾਸਾ ਸੀ ਉਥਲਿਆ, ਫਿਰ ਕਲਯੁਗ ਵਿੱਚ ਸਾਜੂ ਲਾਉਣ ਲਈ ਉਸੇ ਰੂਪ ਨਿਜ ਗੁਰੂ ਰਾਮ ਸਿੰਘ ਕੱਲਿਆ। ਕਿਉਂਕਿ ਉਸ ਵੇਲੇ ਉਹ ਜਦੋਂ ਤਾਕਤ ਆ ਜਾਂਦੀ ਹੈ ਸਾਰੀ ਦੁਨੀਆ ਦੇ ਅੰਦਰ, ਇਸ ਵੇਲੇ ਜਿਹਦੇ ਪਾਸ ਤਾਕਤ ਹੈ ਉਹ ਗਰੀਬ ਨੂੰ ਦਬਲਦਾ ਹੈ। ਇਹ ਇਦਾਂ ਨਹੀਂ ਹੈ ਕਿ ਜੇ ਇਹ ਤੁਸੀਂ ਦੁਨੀਆ ਦਾ ਅਸੂਲ ਹੈ, ਕਿਸੇ ਚੀਜ਼ 'ਚ ਵੀ ਦੇਖ ਲਓ, ਧਾਰਮਿਕ ਅਸੂਲ 'ਚ ਦੇਖ ਲਓ, ਪੋਲੀਟੀਕਲ ਚੀਜ਼ 'ਚ ਦੇਖ ਲਓ, ਜਿਹਦੇ ਪਾਸ ਤਾਕਤ ਹੈ ਨਾ ਉਹ ਦੂਜੇ ਬੰਦੇ ਨੂੰ, ਨਿਰਬਲ ਨੂੰ, ਗਰੀਬ ਨੂੰ ਦਬਲਦਾ ਹੈ। ਜਿਹਦੇ ਪਾਸ ਮਾਇਆ ਹੈ ਨਾ ਉਹ ਗਰੀਬ ਨੂੰ ਦਬਲਦਾ ਹੈ। ਇਹ ਤੁਸੀਂ ਅਮੂਮਨ ਦੇਖ ਸਕਦੇ ਹੋ। ਵਿਚਾਰਾ ਜਿੱਥੇ ਅਮੀਰ ਨੂੰ ਜਗ੍ਹਾ ਦਿੱਤੀ ਜਾਂਦੀ ਹੈ, ਗਰੀਬ ਵਿਚਾਰਾ ਉੱਥੇ ਪਿੱਛੇ ਬੈਠਾ ਹੁੰਦਾ ਹੈ। ਜਦੋਂ ਤਾਂ ਕੋਈ ਅਮੀਰ ਆਉਂਦਾ ਹੈ, ਆਓ ਜੀ ਆਓ ਜੀ ਆਓ ਬੈਠੋ, ਅੱਗੇ ਬੈਠੋ, ਤਾਂ ਵਿਚਾਰਾ ਜੇ ਗਰੀਬ ਆ ਜਾਏ ਭੁੱਲੇ ਜਾਏਗਾ, ਨਹੀਂ ਜੀ ਉੱਥੇ ਪਿੱਛੇ ਜਾ ਕੇ ਬੈਠੋ। ਇਹ ਦੁਨੀਆ ਦਾ ਦਸਤੂਰ ਹੈ। ਇਹ ਗਲਤ ਗੱਲ ਨਹੀਂ, ਇਹ ਹਕੀਕਤ ਹੈ ਜਿਹੜੀ ਗੁਰਬਾਣੀ ਝੂਠ ਨਹੀਂ ਬੋਲਦੀ। ਉਹ ਕਹਿੰਦੀ ਹੈ ਕਿ ਨਿਰਧਨ ਆਦਰ ਕੋਈ ਨਾ ਦੇ, ਕਿ ਜਿਹੜਾ ਬੰਦਾ ਗਰੀਬ ਹੈ, ਨਿਰਬਲ ਹੈ, ਉਹਨੂੰ ਆਦਰ ਕੋਈ ਨਹੀਂ ਦਿੰਦਾ। ਇਹ ਬਾਣੀ ਦਾ ਸਿਧਾਂਤ ਹੈ। ਬੇਸ਼ੱਕ ਅਸੀਂ ਜਿੰਨੀਆਂ ਮਰਜ਼ੀ ਉਸ ਤਰ੍ਹਾਂ ਫੜਾ ਮਾਰਦੇ ਰਹੀਏ ਕਿ ਹਾਂ ਜੀ ਅਸੀਂ ਬਹੁਤ ਗਿਆਨੀ, ਅਸੀਂ ਨਹੀਂ ਇਦਾਂ ਕਰਦੇ, ਪਰ ਹਕੀਕਤ ਹੈ। ਇਹ ਜਿਹੜੀ ਹਕੀਕਤ ਨੂੰ ਅਸੀਂ ਕਿੱਦਾਂ ਝੁਠਲਾ ਸਕਦੇ? ਬਾਣੀ ਤੇ ਝੂਠ ਨਹੀਂ ਬੋਲਦੀ ਕਿ ਨਿਰਧਨ ਆਦਰ ਕੋਈ ਨਾ ਦੇ। ਨਿਰਧਨ ਨੂੰ ਆਦਰ ਕੋਈ ਨਹੀਂ ਦਿੰਦਾ, ਅਮੀਰਾਂ ਦੇ ਪਿੱਛੇ ਹੀ ਹੈ ਸਾਰਾ ਕੁਝ। ਇਸੇ ਤਰ੍ਹਾਂ ਹੀ ਉਹ ਜਿਹੜੀ ਤਾਕਤ ਸਿੱਖਾਂ ਪਾਸ ਆ ਗਈ ਉਸ ਵੇਲੇ, ਉਹਨਾਂ ਨੇ ਫਿਰ ਕੀ ਕੀਤਾ? ਜਿਹੜੇ ਗਰੀਬ ਸੀ, ਨਿਰਬਲ ਸੀਗੇ ਵਿਚਾਰੇ, ਉਹਨਾਂ ਦੇ ਉੱਪਰ ਉਹਨੇ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ। ਉਹ ਨਿਰਬਲ ਜਿਹੜੇ ਸੀ ਉਹਨਾਂ ਪਾਸੋਂ ਚੀਜ਼ਾਂ ਖੋਹਣੀਆਂ ਸ਼ੁਰੂ ਕਰ ਦਿੱਤੀਆਂ। ਇੱਥੇ ਤੱਕ ਸਤਿਗੁਰੂ ਰਾਮ ਸਿੰਘ ਜੀ ਜਦੋਂ ਫੌਜ ਦੇ ਵਿੱਚ ਸੀ, ਉਹਨਾਂ ਪਾਸੋਂ ਚੀਜ਼ਾਂ ਵੀ ਖੋਹੀਆਂ ਗਈਆਂ। ਇਤਿਹਾਸ ਦੇ ਵਿੱਚ ਆਉਂਦਾ ਉਹਨਾਂ ਪਾਸੋਂ ਵੀ ਖੋਹ ਲਈਆਂ ਸੀ ਇੱਕ ਵਾਰੀ। ਤਾਂ ਕਰਕੇ ਸਤਿਗੁਰੂ ਰਾਮ ਸਿੰਘ ਜੀ ਵੀ ਉਹ ਜਿਸ ਵੇਲੇ ਫੌਜ ਦੇ ਵਿੱਚ ਭਰਤੀ ਹੋਏ, ਉਹ ਕਿਤੇ ਨੌਕਰੀ ਨਹੀਂ ਸੀ ਕਰਨ ਗਏ। ਮਹਾਰਾਜਾ ਰਣਜੀਤ ਸਿੰਘ ਦੀ ਉਹ ਦੇਖਣ ਗਏ ਸੀ ਕਿ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਖੂਨ ਡੋਲ ਕੇ, ਆਪਣੇ ਸਾਹਿਬਜ਼ਾਦੇ ਸ਼ਹੀਦ ਕਰਵਾ ਕੇ, ਆਪਣਾ ਖਾਨਦਾਨ ਸਾਰਾ ਕੁਰਬਾਨ ਕਰਕੇ ਇਹ ਸਿੱਖੀ ਦਾ ਬੂਟਾ ਲਾਇਆ ਸੀ, ਉਸ ਦੀ ਹਾਲਤ ਕੀ ਹੈ, ਉਹ ਦੇਖਣ ਵਾਸਤੇ ਗਏ ਸਨ। ਉਹ ਫਿਰ ਜਾ ਕੇ ਜਦੋਂ ਦੇਖਿਆ, ਫਿਰ ਇਸ ਤਰ੍ਹਾਂ ਦੀ ਹਾਲਤ ਦੇਖੀ ਜਿੱਦਾਂ ਸੰਤਾਂ ਨੇ ਹੁਣੀ ਕਿਰਪਾ ਕੀਤੀ ਸੀ ਕਿ ਜਾਗ ਜਿਨ ਕੇ ਵਡੇਰੇ ਬਾਣੀ ਪੜ੍ਹਤੇ ਸਵੇਰੇ ਦਿਨ ਰਾਤ। ਉਹ ਇਸ ਵੇਲੇ ਇਦਾਂ ਦਾ ਵੀ ਹਾਲ ਬਣਿਆ। ਉਹਨਾਂ ਨੇ ਉਹ ਚੀਜ਼ਾਂ ਦੇਖੀਆਂ, ਜਾ ਕੇ ਇਸੇ ਤਰ੍ਹਾਂ ਦਾ ਹਾਲ ਹੋਇਆ। ਉਹ ਕਹਿੰਦੇ ਹੁੰਦੇ ਅਸੀਂ ਜਿਹੜੀਆਂ ਪੁਰਾਣੀਆਂ ਮਰਿਆਦਾ ਹਨ ਨਾ, ਉਹਨਾਂ ਨੂੰ ਫਿਰ ਹੌਲੀ ਹੌਲੀ ਉਹ ਛੱਡਦੇ ਗਏ। ਹੁਣ ਅਸੀਂ ਵੀ ਛੱਡ ਰਹੇ ਹਾਂ। ਹੁਣ ਮੈਂ ਇੱਕੋ ਹੀ ਬਹੁਤਾ ਨਹੀਂ ਚੋ ਜਾਣਾ। ਉਹ ਕਹਿੰਦੇ ਕਿ ਤਿੰਨ ਹੀ ਕੇ ਨਾਤੀ ਧੂਪ ਦੀਪ ਕੀ ਕਹਾਂ ਬਖਿਆਤੀ। ਇੰਨੇ ਤੇ ਦੇਖਦੇ, ਧੂਪ ਦੀਪ ਕੀ ਕਹਾਂ ਬਖਿਆਤੀ। ਜੇ ਗਿਆਨੀ ਗਿਆਨ ਸਿੰਘ ਜੀ ਨੇ ਇਹ ਗੱਲ ਲਿਖੀ ਹੈ, ਧੂਪ ਦੀਪ ਇਹ ਮਰਿਆਦਾ ਸਾਡੀ ਸੀ ਕਿ ਉਸ ਵੇਲੇ ਧੂਪ ਵੀ ਤੋਂ ਖਾਈ ਜਾਂਦੀ ਸੀ ਤੇ ਦੀਪ ਜਾਣੀ ਕਿ ਜੋਤ ਵੀ ਜਗਾਈ ਜਾਂਦੀ ਸੀ। ਹੁਣ ਸਾਨੂੰ ਪਤਾ ਨਹੀਂ ਜੋਤ ਤੋਂ ਵੀ ਡਰ ਲੱਗਦਾ ਤਾਂ ਧੂਪ ਤੋਂ ਵੀ ਡਰ ਲੱਗਦਾ। ਉਹ ਕਹਿੰਦੇ ਸੁੱਕਾ ਹੀ ਕੰਮ ਚੱਲੂ। ਮੇਰੇ ਇਸ ਤਰ੍ਹਾਂ ਸਤਿਗੁਰੂ ਉਦੇ ਸਿੰਘ ਜੀ, ਮੈਂ ਉਸ ਤਰ੍ਹਾਂ ਕਹਿੰਦੇ ਹੁੰਦੇ, ਮੈਂ ਬਾਹਰੋਂ ਨਹੀਂ ਕੋਈ ਗੱਲ ਕਰਦਾ, ਜੋ ਮੈਂ ਸਾਹਮਣੇ ਦੇਖਦਾ ਉਹੀ ਦੇਖਦਾ ਦੱਸਦਾ। ਮੇਰੇ ਸਤਿਗੁਰੂ ਉਦੇ ਸਿੰਘ ਜੀ ਦੀ ਤਸਵੀਰ ਪ੍ਰਯੋਗਾਂ ਦੀ, ਜਿੱਦਾਂ ਪ੍ਰਯੋਗ ਆਰੰਭ ਹੋਏ ਹਨ, ਉਹਨਾਂ ਦੇ ਮੂਹਰੇ ਕੌਲੀ ਦੇ ਵਿੱਚ ਐਡੀ ਵੱਡੀ ਜੋਤ ਉਹਦੇ ਜਗਦੀ ਹੈ। ਕੋਲ ਉਹਦੇ ਇਸ ਤਰ੍ਹਾਂ ਕੁੰਭ ਪਿਆ ਹੈ, ਧੂਪ ਪਈ ਹੈ। ਤਾਂ ਸਾਨੂੰ ਕੀ ਹੁੰਦਾ? ਇਹ ਚੀਜ਼ਾਂ ਅਸੀਂ ਖੁਦ ਮਰਿਆਦਾ ਛੱਡ ਰਹੇ ਹਾਂ। ਅਸੀਂ ਰਸਤਾ ਲੱਭ ਰਹੇ ਹਾਂ ਕਿ ਸਾਨੂੰ ਕਿਸੇ ਤਰੀਕੇ ਦੇ ਨਾਲ, ਕਿਉਂਕਿ ਜੇ ਕਿਸੇ ਨੂੰ ਪੁੱਛਣਾ ਕਿ ਜੇ ਸੱਚੇ ਪਾਤਸ਼ਾਹ ਅਸੀਂ ਜਗਾ ਲਈਏ, ਤਾਂ ਉਹਨਾਂ ਤੇ ਇੱਦਾਂ ਕਹਿਣਾ ਜੇ ਤੁਹਾਡਾ ਨਹੀਂ ਦਿਲ ਕਰਦਾ ਚਲੋ ਨਾ ਸਹੀ। ਤੁਸੀਂ ਕਹਿੰਦੇ ਹੀ ਕਿਉਂ ਇਦਾਂ ਦੀ ਚੀਜ਼? ਜਿੱਦਾਂ ਸਤਿਗੁਰ ਪ੍ਰਤਾਪ ਸਿੰਘ, ਜਿੱਦਾਂ ਸਤਿਗੁਰੂ ਜੀ ਬਚਨ ਕੀਤਾ ਕਿ ਗੁਰਬਾਣੀ ਪੜ੍ਹਿਆ ਕਰੋ, ਜਦ ਅਸੀਂ ਪੜ੍ਹਨੀ ਨਹੀਂ ਹੈ ਤਾਂ ਫਿਰ ਉਹਦਾ ਫਾਇਦਾ ਕਿ ਅਸੀਂ
ਉਹੀ ਗੱਲ ਹੋਣੀ ਜਿੱਦਾਂ ਉਹ ਕਹਿੰਦੇ ਕਿ ਉਸ ਵੇਲੇ ਜਿਹੜੇ ਗ੍ਰੰਥ ਸਾਹਿਬ ਸਨ, ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸੀ, ਉਹਨਾਂ ਨੇ ਆਲਿਆਂ ਦੇ ਵਿੱਚ ਰੱਖ ਦਿੱਤੇ। ਆਲੇ ਹੁੰਦੇ ਹਨ ਜਿੱਥੇ ਬੱਚਿਆਂ ਨੂੰ ਨਹੀਂ ਇੱਥੇ ਪਤਾ, ਉਹ ਪਹਿਲੇ ਸਮੇਂ ਦੇ ਅੰਦਰ ਅਲਮਾਰੀਆਂ ਨਹੀਂ ਸੀ ਹੁੰਦੀਆਂ, ਔਰ ਕੰਕਰੀਟ ਦੀਆਂ ਸ਼ੈਲਫਾਂ ਹੁੰਦੀਆਂ ਸੀ, ਉਹ ਉਹਦੇ ਵਿੱਚ ਰੱਖਦੇ ਹੁੰਦੇ ਸਨ ਆਲੇ। ਤੋਂ ਉਹ ਚ ਰੱਖਦੇ ਨਾ, ਤੋਂ ਉਹ ਭੁੱਲ ਗਏ ਕਿ ਉਹਦੇ ਵਿੱਚ ਕਿੱਥੇ ਪਿਆ ਹੈ। ਉਹ ਫਿਰ ਸਤਿਗੁਰੂ ਜੀ ਨੇ ਬਾਹਰ ਕੱਢੇ, ਆਪਣੇ ਪੱਗ ਦੇ ਪੱਲੇ ਦੇ ਨਾਲ ਉਹਨਾਂ ਦੇ ਸਰੂਪ ਸਾਫ਼ ਕੀਤੇ, ਉਹਨਾਂ ਨੂੰ ਫਿਰ ਪ੍ਰਕਾਸ਼ ਕੀਤਾ, ਕਹਿੰਦੇ ਪੜ੍ਹਿਆ ਕਰੋ। ਔਰ ਲਿਖਿਆ ਹੈ ਸਾਡੀ ਮਰਿਆਦਾ ਦੇ ਅੰਦਰ ਕਿ ਜਿਹੜਾ ਬੰਦਾ ਨਹੀਂ ਵਿਆਹਿਆ ਉਹਨੂੰ ਕਿੰਨੇ ਪਤਰੇ ਸਵੇਰੇ ਕਰਨੇ ਚਾਹੀਦੇ ਹਨ, ਤੇ ਜਿਹੜਾ ਬੰਦਾ ਦੂਸਰਾ ਵਿਆਹ ਹੋਇਆ ਤਾਂ ਉਹਨੂੰ ਕਿੰਨੇ ਪਤਰੇ ਕਰਨੇ ਚਾਹੀਦੇ ਹਨ। ਹੁਣ ਜੇ ਅਸੀਂ ਆਪ ਹੀ ਆਪਣੇ ਵੱਲ ਨਜ਼ਰ ਮਾਰੀਏ ਤਾਂ ਸਾਡੇ ਕਿੰਨੇ ਕੁ ਬੰਦਿਆਂ ਨੂੰ ਉਹ ਚੀਜ਼ਾਂ ਯਾਦ ਹਨ। ਕਹਿੰਦੇ ਕਿ ਜਾਗੇ ਬੜੀ ਰਾਤ ਹੈ, ਨਾ ਗੁਰਬਾਣੀ ਗਾਤ ਹੈ, ਨਾ ਪਿੰਡੇ ਕਦੀ ਨਾਤ ਹੈ। ਇਹ ਸਾਡੇ ਵਾਸਤੇ ਲਿਖਿਆ ਹੋਇਆ ਹੈ। ਹੁਣ ਅਸੀਂ ਜਿੱਦਾਂ ਹੁਣ ਉਹ ਟਾਈਮ ਇਦਾਂ ਦਾ ਫਿਰ ਬਦਲ ਗਿਆ, ਉਹ ਰੀਤਾਂ ਮੈਂ ਕਈ ਵਾਰੀ ਹੈਰਾਨ ਹੁੰਨਾ ਕਿ ਅਸੀਂ ਉਸ ਟਾਈਮ ਨੂੰ ਯਾਦ ਕਰਦੇ ਹਾਂ ਕਿ ਹਾਂ ਵੀ ਉਦੋਂ ਸਿੱਖਾਂ ਦੇ ਵਿੱਚ ਇਦਾਂ ਦੀਆਂ ਗੱਲਾਂ ਆ ਗਈਆਂ ਕਿ ਸਿੱਖਾਂ ਨੇ ਮਰਿਆਦਾ ਛੱਡ ਦਿੱਤੀਆਂ। ਹੁਣ ਅਸੀਂ ਕਿੰਨੀਆਂ ਕੁ ਮਰਿਆਦਾ ਯਾਦ ਕਰਦੇ ਹਾਂ, ਸਾਡੇ ਵਿੱਚੋਂ ਕਿੰਨੀਆਂ ਕੁ ਮਰਿਆਦਾ ਹਨ। ਚਲੋ ਆਪਾਂ ਇਹਦੇ ਵੱਲ ਨਹੀਂ ਬਹੁਤਾ ਚੱਲਦੇ। ਤਾਂ ਸਤਿਗੁਰੂ ਜੀ ਨੇ ਫਿਰ ਵਿਸਾਖ ਵਾਲੇ ਦਿਨ ਪਹਿਲਾਂ ਸੱਚੇ ਪਾਤਸ਼ਾਹ ਜੀ ਫੌਜ ਛੱਡ ਕੇ ਸੱਚੇ ਪਾਤਸ਼ਾਹ ਜੀ ਫਿਰੋਜ਼ਪੁਰ ਕੰਮ ਕੀਤਾ। ਸਤਿਗੁਰੂ ਰਾਮ ਸਿੰਘ ਜੀ ਨੇ ਉੱਥੇ ਨਿਤਨੇਮ ਕਰਦਿਆਂ ਨੂੰ ਸੱਚੇ ਪਾਤਸ਼ਾਹ ਜੀ ਨੂੰ ਆਕਾਸ਼ਬਾਣੀ ਹੋਈ ਕਿ ਇੱਕ ਤੁਹਾਨੂੰ ਇਸ ਕੰਮ ਵਾਸਤੇ ਥੋੜ੍ਹਾ ਭੇਜਿਆ ਕਿ ਤੁਸੀਂ ਉਸ ਤਰ੍ਹਾਂ ਮਕਾਨਾਂ ਦੀ ਸੁਪਰਵਿਜ਼ਨ ਕਰਦੇ ਫਿਰੋ, ਤੁਹਾਨੂੰ ਪੰਥ ਨੂੰ ਸਾਜਣ ਵਾਸਤੇ ਭੇਜਿਆ। ਔਰ ਫਿਰ ਸੱਚੇ ਪਾਤਸ਼ਾਹ ਜੀ ਨੇ 1857 ਦੇ ਵਿੱਚ ਇਹ ਜਿਹੜਾ ਵਿਸਾਖ ਤੇ ਅੰਮ੍ਰਿਤ ਛਕਾ ਕੇ ਵਾਪਸ ਸੁਰਜੀਤ ਕੀਤਾ ਖਾਲਸਾ। ਬਾਬਾ ਕਾਹਨ ਸਿੰਘ ਜੀ, ਲਾਭ ਸਿੰਘ ਜੀ, ਭਾਈ ਆਤਮਾ ਸਿੰਘ ਜੀ, ਨੈਣਾ ਸਿੰਘ ਜੀ, ਸੁੱਖਾ ਸਿੰਘ ਜੀ। ਸਿੱਖੀ ਵਾਲੀ ਰੀਤ ਨਹੀਂ ਠਹਿਰੋ ਵੇਚਣਾ ਦਿੱਤਾ ਤੇ ਉਹ ਗੱਲ ਨਹੀਂ ਬਣਦੀ। ਉਹਨਾਂ ਨੇ ਫਿਰ ਜਿਸ ਵੇਲੇ ਇਹ ਕੰਮ ਕੀਤਾ, ਉਹਨਾਂ ਨੇ ਪੰਥ ਨੂੰ ਸਾਜ ਦਿੱਤਾ। ਹੁਣ ਇਹਦੇ ਵਿੱਚ ਇੱਕ ਚੀਜ਼ ਬਹੁਤ ਜ਼ਰੂਰੀ ਸਵਾਲ ਉੱਠਦਾ ਹੈ, ਕਿਉਂਕਿ ਮੈਂ ਖਿਮਾ ਕਰਨਾ, ਮੇਰਾ ਪਤਾ ਕੀ ਗੱਲ ਹੈ, ਉਹ ਜਿੱਦਾਂ ਉਹ ਸਾਡੇ ਪਿਤਾ ਜੀ ਵਾਲੀ ਆਦਤ ਹੈ ਮੇਰੀ, ਕਿਉਂਕਿ ਉਹ ਭੋਰੇ ਤਾਂ ਉਹਨਾਂ ਦੇ ਚੱਕੇ ਹੋਏ, ਉਹਨਾਂ ਨਾਲ ਹੀ ਬਚਪਨ ਤੋਂ ਕੀਤਾ ਹੈ। ਅਸੀਂ ਇਤਿਹਾਸ ਘੱਟ ਸੁਣਨਾ ਚਾਹੁੰਦੇ ਹਾਂ। ਉਹ ਮੈਂ ਏਦਾਂ ਹੀ ਕਿਸੇ ਦਿਨ ਏਦਾਂ ਹੀ ਕੀਰਤਨ ਲੱਗਾ, ਉੱਥੇ ਏਦਾਂ ਹੀ ਮੈਂ ਥੋੜਾ ਜਿਹਾ ਲੱਗਾ ਕਰਨ, ਤਾਂ ਮੈਨੂੰ ਲੱਗਦਾ 10-15 ਮਿੰਟ ਆਏ ਹੋਣੇ ਆ, ਤਾਂ ਮੈਨੂੰ ਚਿੱਠ ਲਿਖ ਕੇ ਕਿਸੇ ਨੇ ਭੇਜ ਦਿੱਤੀ ਕਿ ਸਾਂਝੀ ਕੋਈ ਧਾਰਨਾ ਪੜ੍ਹ ਲਓ। ਤਾਂ ਮੈਂ ਬਾਅਦ ਚ ਪੁੱਛਿਆ, ਮੈਂ ਕਿਹਾ ਸਾਂਝੀ ਕੀ ਗੱਲ ਹੋ ਗਈ? ਤਾਂ ਕਹਿੰਦੇ ਨਹੀਂ ਥੋੜਾ ਜਿਹਾ ਕਹਿੰਦੇ ਕੰਮ ਕਹਿੰਦੇ ਵਿਚਾਰਾ ਬਣਿਆ ਰਹਿੰਦਾ। ਮੈਂ ਕਿਹਾ ਜਾਣੀ ਕਿ ਤੁਹਾਡੇ ਪਾਸੋਂ 15 ਮਿੰਟਾਂ ਦਾ ਵੀ ਇਤਿਹਾਸ ਨਹੀਂ ਅਸੀਂ ਹਜ਼ਮ ਕਰ ਸਕਦੇ, ਕਿ ਸਾਨੂੰ ਧਾਰਨਾ ਚਾਹੀਦੀ ਹੈ ਵਿੱਚ, ਹਰ ਇੱਕ ਦੇ ਵਿੱਚ ਮਸਾਲਾ ਚਾਹੀਦਾ ਹੈ। ਜਿੰਨਾ ਚਿਰ ਅਸੀਂ ਇਤਿਹਾਸ ਨੂੰ ਨਾ ਸਮਝਾਂਗੇ, ਨਾ ਸੁਣਾਂਗੇ, ਸਾਨੂੰ ਕੀ ਪਤਾ ਲੱਗੇਗਾ? ਤੁਸੀਂ ਅੱਜ ਬਾਹਰ ਜਾਓ, ਸਾਡੇ ਪਾਸੋਂ ਬਾਹਰਲੇ ਬੰਦੇ, ਕੋਈ ਵੀ ਜਿਹੜੇ ਬੰਦੇ ਸਾਡੇ ਕੋਲ ਆਪਣਾ ਇਤਿਹਾਸ ਪੁੱਛਦੇ, ਸਾਡੇ ਪਾਸੋਂ ਸਵਾਲ ਕਰਦੇ ਆ, ਪਹਿਲੀ ਗੱਲ ਤਾਂ ਸਾਨੂੰ ਜਵਾਬ ਦੇਣਾ ਨਹੀਂ ਆਉਂਦਾ, ਜੇ ਦਿੰਦੇ ਤਾਂ ਅਸੀਂ ਗਲਤ ਦੇ ਦਿੰਦੇ। ਉਹ ਵੇ ਕਈ ਵਿਚਾਰੇ ਕਹਿੰਦੇ ਹੁੰਦੇ ਅੱਧੀ ਬਸਮੀਲਾ ਲੈ ਕੇ ਹੋ ਕੇ ਬੰਦਾ ਕੋਈ ਸਵਾਲ ਸਾਡੇ ਉੱਪਰ ਠੋਕ ਦਿੰਦਾ, ਫਿਰ ਉਹ ਜਵਾਬ ਦੇਣਾ ਨਹੀਂ ਆਉਂਦਾ, ਸਮਝ ਕੇ ਸਾਡੀ ਦੁੱਗਣੀ ਬੇਇੱਜ਼ਤੀ ਕਰਾ ਕੇ ਆ ਜਾਂਦੇ ਆ। ਕਿਉਂਕਿ ਅਸੀਂ ਆਪਣਾ ਇਤਿਹਾਸ ਪੜ੍ਹਦੇ ਹੀ ਨਹੀਂ ਹਾਂ। ਕਿਉਂਕਿ ਸਾਨੂੰ ਆਪਣਾ ਇਤਿਹਾਸ ਪਤਾ ਨਹੀਂ। ਇਸ ਵੇਲੇ ਸਾਰੀ ਦੁਨੀਆ 'ਚ ਲੜਾਈ ਔਰ ਫਰਕ ਸਾਡੇ ਸਾਰਿਆਂ 'ਚ ਕਿਉਂ ਪਿਆ ਹੈ? ਕਿਉਂਕਿ ਅਸੀਂ ਆਪਣਾ ਇਤਿਹਾਸ ਨਹੀਂ ਵਿਚਾਰਦੇ। ਸਾਨੂੰ ਇਤਿਹਾਸ ਨੂੰ ਵਿਚਾਰਨਾ ਪਏਗਾ, ਤਾਂ ਹੀ ਆਪਾਂ ਨੂੰ ਇਹ ਚੀਜ਼ਾਂ ਆਉਣਗੀਆਂ। ਉਹ ਕਹਿੰਦੇ ਖੋਜੀ ਉਪਜੇ ਤੇ ਵਾਦੀ ਬਿਨਸੇ। ਜਿਹੜਾ ਬੰਦਾ ਖੋਜ ਕਰਦਾ ਹੈ, ਜਿਹੜਾ ਬੰਦਾ ਇਤਿਹਾਸ ਨੂੰ ਪੜ੍ਹਦਾ ਹੈ, ਉਹ ਫਿਰ ਜਾ ਕੇ ਕਰਦਾ ਹੈ। ਉਹ ਖਿਮਾ ਕਰਨਾ, ਮੈਂ ਕਿਸੇ ਦੇ ਕਿੰਤੂ ਨਹੀਂ ਕਰਦਾ। ਉਹ ਜਿੱਦਾਂ ਅੱਜ ਕੱਲ ਦੇ ਸਾਡੇ ਜਥੇਦਾਰਾਂ ਦਾ ਕੰਮ ਹੈ, ਉਹ 10 ਮਿੰਟ ਉਹ ਕਹਿੰਦੇ 5 ਮਿੰਟ ਦਾ ਇਤਿਹਾਸ ਹੁੰਦਾ ਹੈ, ਉਹਨੂੰ ਦੱਸਣ ਵਾਸਤੇ ਉਹਦੇ ਅੰਦਰ 20 ਧਾਰਨਾ ਲਾ ਦਿੰਦੇ ਹਨ। ਉਹ ਸਾਰਾ ਕੀਰਤਨ ਧਾਰਨਾ ਚੱਲ ਜਾਂਦਾ, ਇਤਿਹਾਸ ਸਿਰਫ 5 ਮਿੰਟ ਦਾ ਹੁੰਦਾ। ਉਹ ਪੱਲੇ ਕਿਸੇ ਦੇ ਕੀ ਪੈਣਾ? ਤਾਂ ਕਰਕੇ ਇਤਿਹਾਸ ਨੂੰ ਸੁਣਿਆ ਕਰੋ। ਤੁਸੀਂ ਬੱਚਿਆਂ ਨੂੰ ਕੀ ਦੱਸਾਂਗੇ ਆਪਾਂ ਅੱਗੇ ਜਾ ਕੇ ਕੀ ਇਤਿਹਾਸ ਹੋ ਰਿਹਾ ਹੈ? ਹੁਣ ਮੇਰੇ ਛੋਟੇ ਬੱਚਿਆਂ ਨੇ ਕਿੰਨੀ ਸੋਹਣੀ ਉਹਨਾਂ ਨੇ ਪ੍ਰੈਜੈਂਟੇਸ਼ਨ ਕੀਤੀ, ਪਰ ਉਹਨਾਂ ਨੂੰ ਨਹੀਂ ਸੀ ਇਹ ਚੀਜ਼ ਦਾ ਪਤਾ ਕਿ ਉੱਥੇ ਟੈਂਟ ਨਹੀਂ ਸੀ, ਉੱਥੇ ਖੁੱਲੇ ਮੈਦਾਨੇ ਸੀ, ਕਿਉਂਕਿ ਅਸੀਂ ਨਹੀਂ ਸੁਣਦੇ।
ਬੱਚੇ ਸਾਡੇ ਪਾਸ ਸਵਾਲ ਕਰਨਗੇ, ਖਿਮਾ ਕਰਨੀ ਮੈਨੂੰ। ਸੋ ਰੋ ਵਿਚਾਰ। ਫਿਰ ਸਵਾਲ ਸੱਚੇ ਸਤਿਗੁਰੂ ਜੀ ਦੇ ਉੱਪਰ ਇੱਕ ਹੋਰ ਆਇਆ, ਸਤਿਗੁਰੂ ਰਾਮ ਸਿੰਘ ਜੀ ਦੇ ਉੱਪਰ, ਕਿ ਇਹ ਜਿਹੜੀ ਮਰਿਆਦਾ ਹੈ, ਨਾਮਧਾਰੀ ਮਰਿਆਦਾ ਇਹਨਾਂ ਨੇ ਸ਼ੁਰੂ ਕਰ ਦਿੱਤੀ ਹੈ, ਇਹ ਮਰਿਆਦਾ ਆਈ ਕਿੱਥੋਂ ਹੈ? ਕਿਹਨੇ ਦੱਸੀ ਹੈ ਮਰਿਆਦਾ? ਇਹ ਕੂਕਿਆਂ ਨੇ, ਨਾਮਧਾਰੀਆਂ ਨੇ ਆਪਣੀ ਮਰਿਆਦਾ ਕੋਈ ਆਰੰਭ ਕਰ ਲਈ ਹੈ? ਔਰ ਇਹ ਸਵਾਲ ਹਾਲੇ ਵੀ ਹੈ ਕਿ ਮਰਿਆਦਾ ਜਿਹੜੀ ਨਾਮਧਾਰੀ ਕਰਦੇ, ਪਤਾ ਨਹੀਂ ਇਹਨਾਂ ਦੀ ਆਪਣੀ ਕੋਈ, ਪਤਾ ਨਹੀਂ ਮਰਿਆਦਾ ਤੇ ਕਿੱਥੋਂ ਲੱਭ ਕੇ ਲੈ ਆਏ ਹਨ। ਪਰ ਤੁਸੀਂ ਸੱਚੇ ਪਾਤਸ਼ਾਹ ਜੀ ਦਾ ਪੜ੍ਹ ਕੇ ਦੇਖੋ, ਸੱਚੇ ਪਾਤਸ਼ਾਹ ਦਾ ਜਿਹੜਾ ਦੂਸਰਾ ਰਹਿਤਨਾਮਾ ਹੈ ਉਹ ਵੀ ਪਹਿਲਾਂ ਪੜ੍ਹ ਕੇ ਦੇਖ ਲਓ। ਉਹਦੇ ਵਿੱਚ ਸੱਚੇ ਪਾਤਸ਼ਾਹ ਜੀ ਕੀ ਕਿਰਪਾ ਕਰਦੇ ਹਨ ਕਿ ਦੂਸਰਾ ਅੰਮ੍ਰਿਤ ਵੇਲੇ ਇਸ਼ਨਾਨ ਕਰਨਾ, ਬਸਤਰ ਲਾ ਕੇ ਜੰਗਲ ਜਾਣਾ, ਬਾਣੀ ਜੇ ਕੰਠ ਨਾ ਹੋ ਤਾਂ ਕੰਠ ਕਰ ਲੈਣੀ। ਸਰ ਮਾਈ ਬੀਬੀ ਨੇ ਦੂਸਰਾ ਗੁਰਬਾਣੀ ਯਾਦ ਕਰਨੀ, ਜਪ ਜਾਪ ਦੋਹਾਂ ਦੇ ਹਜ਼ਾਰੇ ਯਾਦ ਕਰਨੇ, ਕੀਰਤਨ 16 ਇਤਨੀ ਤਾਂ ਜ਼ਰੂਰ ਹੀ ਕੰਠ ਕਰਨੀ। ਹੁਣ ਇਸ ਦਾ ਭਾਵ ਕੀ ਹੈ? ਸਿੱਧੀ ਪੰਜਾਬੀ ਹੈ, ਜਪ ਜਾਪ ਜਪਜੀ ਸਾਹਿਬ ਤੇ ਦੋਨਾਂ ਦੇ ਹਜ਼ਾਰੇ। ਆਮ ਤੌਰ ਤੇ ਅਸੀਂ ਜਪਜੀ ਸਾਹਿਬ ਕੱਲਾ ਪੜ੍ਹ ਲੈਂਦੇ ਹਾਂ, ਜਪਜੀ ਸਾਹਿਬ ਦੇ ਨਾਲ ਸ਼ਬਦ ਹਜ਼ਾਰਿਆਂ ਦਾ ਹੁਕਮ ਹੈ। ਜਾਪ ਸਾਹਿਬ ਪੜ੍ਹਨ ਦੇ ਨਾਲ ਉਹਦੇ ਸ਼ਬਦ ਹਜ਼ਾਰੇ ਪੜ੍ਹਨ ਦਾ ਹੁਕਮ ਹੈ, ਸਿੱਧੇ ਲਫ਼ਜ਼ਾਂ 'ਚ ਲਿਖਿਆ ਹੈ। ਹੁਣ ਉਹ ਨਾਲ ਲਿਖਿਆ ਹੈ ਕੀਰਤਨ 16 ਰਹਿ ਰਾਸ ਇਤਨੀ, ਆ ਬਾਣੀਆਂ ਇਤਨੀ ਤਾਂ ਜ਼ਰੂਰ ਹੀ ਕੰਠ ਕਰਨੀ। ਹੁਣ ਅਸੀਂ ਆਪ ਹੀ ਆਪਣੇ ਵੱਲ ਝਾਤੀਆਂ ਮਾਰੀਏ ਕਿ ਸਾਨੂੰ ਕਿੰਨੀਆਂ ਕੁ ਨੂੰ ਇਹ ਬਾਣੀਆਂ ਯਾਦ ਹਨ। ਕੀਰਤਨ 16 ਵੀ ਕਿਸੇ ਨੂੰ ਯਾਦ ਹੈ? ਕੀਰਤਨ 16 ਸਿਰਫ 2 ਪੱਤਰਿਆਂ ਤੇ ਹੈ। ਗੱਲ ਹੈ ਮੰਨਣ ਦੀ, ਮੰਨੇ ਕੀ ਗਤ ਕਹੀ ਨਾ ਜਾਏ। ਕਹਿਣੀ ਦੇ ਨਾਲ ਕੋਈ ਫਰਕ ਨਹੀਂ ਪੈਂਦਾ। ਮੇਰੇ ਵਰਗਾ ਬਥੇਰੀਆਂ ਗੱਲਾਂ ਇਦਾਂ ਦੀਆਂ ਯਾਦ ਕਰਕੇ ਇੱਥੋਂ ਪੜ੍ਹ ਪੜ੍ਹ ਕੇ ਸੁਣਾਈ ਜਾਊਗਾ। ਸਵਾਦ ਤਾਂ ਆਉਣਾ ਹੈ ਸਾਧ ਸੰਗਤ ਦੀ, ਅਸੀਂ ਕੁਛ ਇਹਦੇ ਉੱਪਰ ਚੱਲੀਏ। ਹਾਂ, ਆਪਾਂ ਉੱਥੇ ਹੀ ਆ ਜਾਈਏ ਮਰਿਆਦਾ ਤੇ। ਕਿ ਉਹ ਮਰਿਆਦਾ ਕਿੱਦਾਂ ਆਈ ਫਿਰ ਨਾਮਧਾਰੀ? ਸੱਚੇ ਪਾਤਸ਼ਾਹ ਜੀ ਨੇ ਪੰਥ ਸਾਜ ਕੇ ਭਾਈ ਰਾਏ ਸਿੰਘ ਜੀ ਨੂੰ ਹਜ਼ੂਰ ਸਾਹਿਬ ਭੇਜਿਆ, ਔਰ ਉੱਥੇ 3 ਮਹੀਨੇ ਉਹ ਰਹੇ। 3 ਮਹੀਨੇ ਉੱਥੇ ਦੀ ਮਰਿਆਦਾ ਸਾਰੀ ਲਿਖੀ ਕਿ ਕਿੱਦਾਂ ਹਜ਼ੂਰ ਸਾਹਿਬ ਵਿਖੇ ਸਿੱਖਾਂ ਦੀ ਹਰ ਰੋਜ਼ ਦੀ ਮਰਿਆਦਾ ਉਹ ਲਿਖੇ ਲੈ ਕੇ ਆਇਓ। ਔਰ ਜਦੋਂ ਉਹ ਵਾਪਸ ਪੰਜਾਬ ਆਏ ਤੇ ਸਤਿਗੁਰੂ ਰਾਮ ਸਿੰਘ ਜੀ ਨੇ ਉਹੀ ਮਰਿਆਦਾ ਜਿਹੜੀ ਹਜ਼ੂਰ ਸਾਹਿਬ ਤੋਂ ਲਿਖੇ ਲਿਆਏ ਸੀ ਭਾਈ ਰਾਏ ਸਿੰਘ ਜੀ, ਉਹੀ ਉੱਥੇ ਆਰੰਭ ਕੀਤੀ ਹੋਈ ਸੀ। ਇੱਥੋਂ ਇਹ ਪਤਾ ਲੱਗਦਾ ਹੈ ਕਿ ਜਿਹੜੀ ਮਰਿਆਦਾ ਅਸੀਂ ਵਰਤਦੇ ਹਾਂ ਜਾਂ ਨਾਮਧਾਰੀ ਸੰਗਤ ਵਰਤਦੀ ਹੈ ਜਾਂ ਕਰਦੀ ਹੈ, ਉਹ ਮਰਿਆਦਾ ਸਾਡੀ ਇਕੱਲੀ ਨਾਮਧਾਰੀਆਂ ਦੀ ਨਹੀਂ ਹੈ, ਉਹ ਗੁਰੂ ਗੋਬਿੰਦ ਸਿੰਘ ਜੀ ਦੀ ਹੈ। ਔਰ ਦੂਜੀ ਮਰਿਆਦਾ ਜੇ ਦੇਖੀਏ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਮਰਿਆਦਾ ਲਿਖੀ ਹੈ ਉਹੀ ਸਾਨੂੰ ਸੱਚੇ ਪਾਤਸ਼ਾਹ ਦੱਸਦੇ ਹਨ। ਜੋ ਸਤਿਗੁਰੂ ਜੀ ਕੋ ਸਤਿਗੁਰੂ ਕਾ ਜੋ ਸਿੱਖ ਕਾਏ ਜੋ ਭਲ ਕੇ ਉਠਾ ਨਾਮ ਤੇ ਆ, ਉਹੀ ਆ, ਸੇਮ ਚੀਜ਼ ਹੀ ਆ, ਕੋਈ ਫਰਕ ਨਹੀਂ ਹੈ। ਫਰਕ ਅਸੀਂ ਪਾ ਲਏ ਹਨ। ਅਸੀਂ ਆਪ ਕਹਿ ਕੇ ਵੀ ਸ਼ਾਇਦ ਪਾ ਲਏ ਹਨ, ਤਾਂ ਦੂਜੇ ਬੰਦਿਆਂ ਦੇ ਕਿੰਤੂ ਕਰ ਕਰਕੇ ਵੀ ਪਾ ਲਏ। ਇਸ ਦੇ ਵਿੱਚ ਹੀ ਕੰਮ ਵਿਗੜ ਜਾਂਦਾ ਹੈ। ਜੇ ਅਸੀਂ ਦੂਜੇ ਬੰਦਿਆਂ ਦੇ ਨਾਲ, ਬਾਕੀ ਆਪਣੇ ਭੈਣ ਭਰਾਵਾਂ ਨਾਲ ਬੈਠ ਕੇ ਅਸੀਂ ਉਹਨਾਂ ਨੂੰ ਸਮਝਾਈਏ ਕਿ ਇਹ ਜਿਹੜੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖੀ ਹੋਈ ਹੈ, ਸਾਰੇ ਉਹਨਾਂ ਨੂੰ ਜ਼ਿਆਦਾ ਤਾਂ ਅਸੀਂ ਨਾਮਧਾਰੀਏ ਮੰਨਦੇ ਹਾਂ, ਕਿਉਂਕਿ ਸਾਰਿਆਂ ਨਾਲੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵੀ ਨਾਮਧਾਰੀਆਂ ਨੇ ਪਹਿਲਾਂ ਛਾਪੇ। ਇਹ ਵੀ ਰਿਕਾਰਡ ਹੈ। ਬੂਟਾ ਸਿੰਘ ਦੀ ਜੋ ਪ੍ਰੈਸ ਸੀ ਲਾਹੌਰ ਵਿਖੇ, ਉੱਥੇ ਸਤਿਗੁਰੂ ਰਾਮ ਸਿੰਘ ਜੀ ਨੇ ਸਾਰਿਆਂ ਨਾਲੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਛਾਪੇ ਸਨ। ਇਹ ਰਿਕਾਰਡ ਦੇ ਵਿੱਚ ਹੈ, ਹੋਰ ਕਿਸੇ ਸੰਸਥਾ ਨੇ ਨਹੀਂ ਛਾਪੇ ਸਨ। ਇਦਾਂ ਦੀਆਂ ਚੀਜ਼ਾਂ ਸਾਡੇ ਬੱਚਿਆਂ ਨੂੰ ਪਤਾ ਹੋਣੀਆਂ ਚਾਹੀਦੀਆਂ। ਅਸੀਂ ਜਦੋਂ ਬਾਹਰ ਜਾ ਕੇ ਕਿਸੇ ਨਾਲ ਗੱਲ ਕਰਦੇ ਹਾਂ, ਉਹ ਸਾਨੂੰ ਇਹ ਗੱਲਾਂ ਆਖਦੇ ਹਨ ਕਿ ਤੁਸੀਂ ਜੀ ਇਹਨਾਂ ਨੂੰ ਨਹੀਂ, ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਮੰਨਦੇ। ਜੇ ਅਸੀਂ ਦੇਖਿਆ ਜਾਏ, ਜੇ ਜਿੱਦਾਂ ਸਾਨੂੰ ਸਤਿਗੁਰੂ ਰਾਮ ਸਿੰਘ ਜੀ ਨੇ ਜਾਂ ਬਾਣੀ ਪੜ੍ਹ ਕੇ ਜਾਂ ਸਤਿਕਾਰ ਕਰਨਾ ਦੱਸਿਆ ਹੈ, ਅਸੀਂ ਬਾਹਰਲੇ ਸਿੱਖਾਂ ਨਾਲੋਂ ਜੋ ਗੁਰੂ ਮੰਨਦੇ ਉਹਨਾਂ ਨਾਲੋਂ ਜ਼ਿਆਦਾ ਸਤਿਕਾਰ ਕਰਦੇ ਹਾਂ। ਬਿਨਾਂ ਨਾਤੇ ਅਸੀਂ ਤਾਬਿਆ ਨਹੀਂ ਬੈਠ ਸਕਦੇ, ਅਸੀਂ ਝੂਠੇ ਹੱਥ ਨਹੀਂ ਲਾ ਸਕਦੇ, ਸਿਰ ਨੰਗੇ ਅਸੀਂ ਉੱਥੇ ਜਾ ਨਹੀਂ ਸਕਦੇ।
ਸਾਨੂੰ ਤਾਂ ਬਹੁਤ ਜ਼ਿਆਦਾ ਸਟ੍ਰਿਕਟ ਹੈ ਆ ਚੀਜ਼ਾਂ। ਤਾਂ ਕਰਕੇ ਸਾਧ ਸੰਗਤ ਜੀ ਕਿਰਪਾ ਕਰਿਆ ਕਰੋ। ਸਾਧ ਸੰਗਤ ਇਹ ਮੈਂ ਸਿਰਫ ਇਹੀ ਤਾਂ ਕਰਕੇ ਬਚਨ ਤੁਹਾਡੇ ਸਾਹਮਣੇ ਆਜਾਂ ਕੀਤੀਆਂ ਹਨ ਕਿ ਇਹ ਜਿਹੜੇ ਹੈ ਨਾ ਸਾਡੇ ਇਤਿਹਾਸ, ਇਹਨਾਂ ਨੂੰ ਜਿੰਨਾ ਵੀ ਸੁਣ ਸਕਦੇ ਹੋ, ਕਿਸੇ ਨੂੰ ਆਖਿਆ ਕਰੋ ਆਪੇ ਸਿਆਣੇ, ਕਿਉਂਕਿ ਪਿਤਾ ਜੀ ਦੱਸਦੇ ਹੁੰਦੇ ਸਨ ਕਿ ਬਚਪਨ ਦੇ ਅੰਦਰ ਜਿਹੜੇ ਬਜ਼ੁਰਗ ਸਨ ਉਹ ਸਾਰੇ ਰਾਤ ਨੂੰ ਬੈਠ ਕੇ ਤੇ ਬੱਚੇ ਸਾਰੇ ਥੱਲੇ ਬਹਿ ਜਾਂਦੇ ਸਨ, ਤੋਂ ਬੈਠ ਕੇ ਤਾਂ ਉਹਨਾਂ ਨੂੰ ਇਤਿਹਾਸ ਸੁਣਾਉਂਦੇ ਹੁੰਦੇ ਸਨ, ਗੁਰਬਾਣੀ ਸੁਣਾਉਂਦੇ ਹੁੰਦੇ ਸਨ। ਔਰ ਫਿਰ ਆਪਸ ਦੇ ਵਿੱਚ ਪਿਤਾ ਜੀ ਦੱਸਦੇ ਕਿ ਉਹਨਾਂ ਦੀ ਲੜਾਈ ਹੋ ਜਾਣੀ, ਉਹਨੇ ਕਹਿਣਾ ਮੇਰਾ ਪਾਠ ਰਹਿੰਦਾ, ਉਹ ਕਹਿਣਾ ਮੇਰਾ ਪਾਠ ਰਹਿੰਦਾ, ਤੇ ਸੈਂਚੀ ਇੱਕੋ ਹੀ ਹੋਣੀ ਘਰ ਦੇ ਅੰਦਰ। ਜਾਣੀ ਕਿ ਇਸ ਚੀਜ਼ ਦੀ ਲੜਾਈ ਹੁੰਦੀ। ਹੁਣ ਤਾਂ ਲੜਾਈ ਹੁੰਦੀ ਮੋਬਾਈਲ ਦੀ ਜਾਂ ਟੈਬਲੇਟ ਦੀ ਲੜਾਈ ਹੁੰਦੀ ਹੋਊਗੀ ਨਾ, ਕਿ ਆਈ ਵਾਂਟ ਟੂ ਪਲੇ ਦ ਗੇਮ ਔਰ ਆਈ ਵਾਂਟ ਟੂ ਪਲੇ ਦ ਗੇਮ। ਉਦੋਂ ਇਹ ਸੀਗਾ ਕਿ ਉਹ ਗੁਰਬਾਣੀ ਪੜ੍ਹਦੇ ਹੁੰਦੇ ਸਨ। ਫਿਰ ਇਸ ਚੀਜ਼ ਦਾ ਮੈਂ ਆਪ ਪਤਾ ਕੀਤਾ। ਸਾਡੇ ਇੱਕ ਭੂਆ ਜੀ ਦੇ ਨਾਲ ਮੁਲਾਕਾਤ ਹੋਈ, ਔਰ ਉਹ ਸਾਡੇ ਇੱਕਦਮ ਘਰ ਰਹਿੰਦੇ ਸਨ, ਪਿੰਡੇ ਹੁਣ ਪਿੰਡ ਦੇ ਨਾਲ ਹੀ ਮਕਾਨ ਦੇ ਰਹਿੰਦੇ ਸਨ। ਤਾਂ ਮੈਂ ਉਹਨਾਂ ਨੂੰ ਪੁੱਛਿਆ ਕਿ ਭੂਆ ਜੀ ਦੱਸੋ ਕਿ ਉਸ ਵੇਲੇ ਦਾ ਟਾਈਮ ਜਦੋਂ ਪਿਤਾ ਜੀ ਛੋਟੇ ਜਿਹੇ ਸੀ, ਉਸ ਵੇਲੇ ਦਾ ਟਾਈਮ ਦੱਸੋ ਕਿ ਕਿੱਦਾਂ ਦਾ ਹੁੰਦਾ ਸੀ। ਉਹਨਾਂ ਨੇ ਇਹ ਦੱਸਣਾ ਕਿ ਸਵੇਰੇ ਉੱਠ ਕੇ ਸਾਰਿਆਂ ਨੇ ਤੜਕੇ ਉੱਠ ਕੇ, ਤੁਹਾਡੇ ਪਿਤਾ ਜੀ ਨੇ ਭਰਾਵਾਂ ਨੇ ਉੱਠ ਕੇ ਸਵੇਰੇ ਆਸਾ ਦੀ ਵਾਰ ਲਾਉਣੀ, ਚਾਰੇ ਭਰਾਵਾਂ ਨੇ, ਤੇ ਨਾਲ ਤੁਹਾਡੇ ਦਾਦਾ ਜੀ ਨੇ ਉੱਥੇ ਬੈਠਣਾ। ਤਾਂ ਸ਼ਾਮ ਨੂੰ ਬੈਠ ਕੇ ਤੁਹਾਡੇ ਦਾਦਾ ਜੀ ਨੇ ਜਾਂ ਤੁਹਾਡੀ ਦਾਦੀ ਜੀ ਨੇ, ਇੱਕ ਕਹਿੰਦੇ ਸਿਰਫ ਵੱਡੀ ਸਾਰੀ ਉਹਨਾਂ ਪਾਸ ਜਨਮ ਸਾਖੀ ਹੁੰਦੀ ਸੀ, ਉਹਦੇ ਵਿੱਚੋਂ ਸਾਖੀਆਂ ਪੜ੍ਹ ਕੇ ਸੁਣਾਉਂਦੇ ਹੁੰਦੇ ਸਨ ਗੁਰੂ ਨਾਨਕ ਦੇਵ ਜੀ ਦੀਆਂ। ਔਰ ਪਿਤਾ ਜੀ ਆਪ ਦੱਸਦੇ ਕਹਿੰਦੇ ਉਦੋਂ ਦੀਆਂ ਯਾਦ ਹਨ ਸਾਨੂੰ। ਤਾਂ ਕਰਕੇ ਸਤਿਗੁਰੂ ਰਾਮ ਸਿੰਘ ਜੀ ਦਾ ਅਸੀਂ ਅੱਜ ਗੁਰਪੁਰਬ ਮਨਾ ਰਹੇ ਹਾਂ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਮਨਾ ਰਹੇ ਹਾਂ। ਇਹਨਾਂ ਸਾਰੇ ਗੁਰਪੁਰਬਾਂ ਦਾ ਸਾਨੂੰ ਫਾਇਦਾ ਤਾਂ ਹੀ ਹੋਣਾ ਹੈ ਕਿ ਜਦੋਂ ਅਸੀਂ ਥੋੜਾ ਜਿਹਾ ਇਸ ਨੂੰ ਆਪਣੇ ਜੀਵਨ ਦੇ ਵਿੱਚ ਲੈ ਕੇ ਆਈਏ। ਆਪਾਂ ਏਦਾਂ ਕਰਦੇ, ਇੱਕ ਛੋਟੀ ਜਿਹੀ ਧਾਰਨਾ ਹੈ, ਪਿਤਾ ਜੀ ਪੜ੍ਹਦੇ ਹੁੰਦੇ ਸਨ, ਗੁਰਸਿੱਖਾਂ ਦੀ ਇਹੋ ਨਿਸ਼ਾਨੀ। ਤੇ ਜਿਹੜੇ ਨਾਲ ਬੋਲ ਸਕਦੇ ਉਹ ਬੋਲਣ, ਇਹ ਨਹੀਂ ਹੈਗਾ ਬੀਬੀਆਂ ਵੀ ਨਾਲ ਬੋਲਣ। ਆਓ, ਸਿੱਖਾਂ ਦੀ ਇਹੋ ਨਿਸ਼ਾਨੀ, ਗੁਰਸਿੱਖਾਂ ਦੀ ਇਹੋ ਨਿਸ਼ਾਨੀ। ਗੁਰਸਿੱਖਾਂ ਦੀ ਇਹ ਨਿਸ਼ਾਨੀਆਂ ਹਨ, ਇਹ ਬਾਣੀ ਦੇ ਵਿੱਚ ਲਿਖੀਆਂ ਹੋਈਆਂ ਹਨ ਕਿ ਜੇ ਆਪਾਂ ਇਹਨਾਂ ਦੇ ਉੱਪਰ ਚੱਲਾਂਗੇ ਤਾਂ ਫਿਰ ਸਾਡਾ ਜਿਹੜਾ ਹੈ ਜੀਵਨ ਜਿਹੜਾ ਹੈ ਉਹ ਸਫਲਾ ਹੋ ਜਾਵੇਗਾ। ਸਤਿਗੁਰੂ ਰਾਮ ਸਿੰਘ ਜੀ ਨੇ ਪੰਥ ਦੀ ਸਾਜਨਾ ਕੀਤੀ। ਇਸ ਦਾ ਜਿਹੜਾ ਪਤਾ ਲੱਗਦਾ ਹੈ ਪੁਰਾਣੇ ਗ੍ਰੰਥਾਂ ਤੋਂ, ਕਿ ਪਹਿਲਾਂ ਹੀ ਪਤਾ ਸੀ ਕਿ ਇਸ ਤਰ੍ਹਾਂ ਹੋਣਾ ਹੈ। ਜਿਸ ਤਰ੍ਹਾਂ ਪੁਰਾਣੇ ਗ੍ਰੰਥਾਂ 'ਚ ਲਿਖਾ ਹੈ ਕਿ ਬੇਰ 11ਵੀਂ ਹਮ ਜਬ ਆਵੇ ਹੈ, ਤਿਸ ਤੇ ਕੋਏ ਕੇ ਹਮ ਲਖ ਪਾਵੇ, ਪੰਥ ਖਾਲਸਾ ਖੇਤੀ ਮੇਰੀ ਕਰੂੰ ਸੰਭਾਲਨ ਮੈਂ ਤਿਸ ਬੇਰੀ। ਇਹ ਗੁਰੂ ਪ੍ਰਤਾਪ ਸੂਰਜ 'ਚ ਲਿਖਿਆ ਹੈ। फिर कलयुग में सतयुग कर ठानो, तभी 12वां बप पहचानो। कलयुग में सतयुग वरताऊं, तभी 12वां बप कहलाऊं। ਇਹ ਚੀਜ਼ਾਂ ਸਾਰੀਆਂ ਪੁਰਾਣੀਆਂ ਕਿਤਾਬਾਂ ਦੇ ਵਿੱਚ ਲਿਖੀਆਂ ਹੋਈਆਂ ਹਨ ਜੋ ਸਤਿਗੁਰੂ ਰਾਮ ਸਿੰਘ ਤੋਂ ਪਹਿਲੀਆਂ ਹਨ। ਜਾਂ 12ਵਾਂ ਗੁਰ ਕੇ ਲੱਛਣ ਗਾऊं, सब ही तो को पाक सुनाऊं। 1278 जब आवे, संत खालसा जग प्रगटावे। ਇਹ ਵੱਡ ਤੀਰਥ ਦੀ ਸਾਖੀ ਦੇ ਵਿੱਚ ਲਿਖਿਆ ਹੈ। ਇਹ ਜਿਹੜੀਆਂ ਪਹਿਲਾਂ ਦੀਆਂ ਬੁੱਕਾਂ ਜਿਹੜੀਆਂ ਸਤਿਗੁਰੂ ਰਾਮ ਸਿੰਘ ਤੋਂ ਪਹਿਲਾਂ ਲਿਖ ਹੋ ਚੁੱਕੀਆਂ ਨਾ, ਉਹਨਾਂ ਵਿੱਚ ਇਹ ਪਛੀਣ ਗੋਈ ਹੋ ਚੁੱਕੀ ਸੀ ਕਿ ਇਸ ਤਰ੍ਹਾਂ ਦਾ ਪੰਥ ਖਾਲਸਾ ਹੋਵੇਗਾ। ਪਰ ਸਾਧ ਸੰਗਤ ਜੀ, ਮੈਂ
थोड़े चेचे अपने थोड़े मिनटा की खिमा मंग लेनी है, क्योंकि हुण रोटी पानी का भी टाइम नेड़े होया आ ते टाइम अगे थोड़ा ज़्यादा हो गया। ਇਹਦੇ ਵਿੱਚ ਇਹ ਚੀਜ਼ ਅਸੀਂ ਦੇਖਣੀ ਹੈ ਕਿ ਜਿੰਨੇ ਵੀ ਧਰਮ ਹਨ ਦੁਨੀਆ ਦੇ ਅੰਦਰ, ਕਿਸੇ ਧਰਮ ਨੂੰ ਵੀ ਦੇਖ ਲਓ, ਉਹਨਾਂ ਦੇ ਵਿੱਚ ਇੱਕ ਚੀਜ਼ ਮੇਨ ਹੈ, ਉਹ ਹੈ ਜਿਹੜੀ ਗੁਰਬਾਣੀ ਜਿੱਦਾਂ ਲਿਖਿਆ ਹੈ ਨਾ, ਗੁਰਮੁਖ ਮੀਤ ਚਲੋ ਗੁਰ ਚਾਲੀ, ਕਿ हे मेरे भाई, मेरे गुरमुख, मेरे दोस्त, मेरे मित्र, कि सतगुरु दी जो मत है उसके ऊपर चलो। गुरसिखी की है? गुरसिखी भी यही है ना, गुरसिखी सिखिया गुर विचार, कि जेड़ा सतगुर सानू दसदा है उसके ऊपर चलना है। जो भी कोई पैगंबर उन्होंने धर्म दे विच दसदा है उसके ऊपर वो चलता है, वो धर्मी है, ਉਹੀ ਉਹ ਸਾਰਾ ਕੁਝ ਦੱਸਦਾ ਹੈ। ਤੇ ਸਾਰਿਆਂ ਨਾਲੋਂ ਪਹਿਲੀ ਜਿਹੜੀ ਸੀੜੀ ਹੈ, ਕਦਮ ਹੈ ਇਸ ਦੇ ਵਿੱਚ, ਉਹ ਇਹ ਹੈ ਕਿ ਸਾਰਿਆਂ ਦੇ ਵਿੱਚ ਅਸੀਂ ਉਸ ਪਰਮਾਤਮਾ ਨੂੰ ਦੇਖੀਏ। ਕਟ ਕਟ ਮੇਂ ਹਰਜੂ ਵਸੇ ਸੰਤਨ ਕਿਹੋ ਪੁਕਾਰ, ਇਹ ਤੋਂ ਵੱਡੀ ਕੋਈ ਚੀਜ਼ ਨਹੀਂ ਹੈ। ਜਿੰਨਾ ਚਿਕਰ ਅਸੀਂ ਇਹ ਚੀਜ਼ ਸਾਡੇ ਮਨ ਦੇ ਵਿੱਚ ਨਹੀਂ ਆਉਂਦੀ ਕਿ ਨਹਿ ਫਲੰਗ ਤਸ ਜਹ ਬ੍ਰਹਮ ਨਾ ਬਿੰਦਤੇ, कि जे जेड़ा साडा ये जेड़ा जीवन है ये व्यर्थ है, निफल है, जिन्ना चिकर असी सारे विच एक परमात्मा नूं नहीं देखते। छड्ड दईए आ काम। इस वेले दुनिया दे अंदर अग लगी पई है, जिधर भी देखो कोई उधर लड़ाई ते बैठा, कोई उत्थे बैठा, परिवारां दे अंदर, सोसाइटियां दे अंदर किसे दे विच शांति नहीं है। सारे झाती मार के देख लईए, किसे पासे शांति नहीं है। इहदा सिर्फ इक्को ही है कि असी धर्म कहते हाँ, असी धर्म ते हाँ, पर असी उसके उपर चलते नहीं हाँ। बड़ा सौखा है, देखो कि सारियां विच उस परमात्मा नूं देखो, क्योंकि सतगुरु जी सानू यही कहते हैं कि होए एकत्र। उत्थे किसी नूं नहीं लिखिया कि नामधारी इकट्ठे हो जाण जां खुले इकट्ठे हो जाण जां मुसलमान इकट्ठे हो जाण, उत्थे सारियां नूं लिखिया है कि होए एकत्र मिलो मेरे भाई, मेरे दोस्तों, मेरे मित्रों, मेरे साथियों। ये बाणी दा है कि होए एकत्र मिलो मेरे भाई, दुबदा दूर करो। जेड़े साडे मन दे विच हर वेले बस कशियां चलदी रहिंदी है, ये करो, इसनूं ठीक करो। और फर्क सारी दुनिया दे अंदर इसने सारे पासे लड़ाइयां पाइयां होइयां हन, सिर्फ इसे चीज ने, दुबदा है, ये फर्क नहीं। दुबदा दूर करो लिव लाए, उस परमात्मा दे नाल लिव लाओ, हर नामे की हो वो जोड़ी। दोस्ती असी करते हाँ। मैं वो सवेरे अज प्रशादा छकदे वो गलबात चलती सी मेरे एक मित्र नाल, वो कहंदे कि जिस वेले तां कहंदे असी बीच ते जाना सी ते 3 बसां भर गईयां। मैं कहा धन सतगुरु राम सिंह जी। तो मैं कहा जदों गुरपुरब ते जाना सी, कहंदे जी 3600 सीटां सी ते 19 बंदे आए आ। मैं धन सतगुरु राम सिंह जी, होर मैं की आखा, हुण इह तों अगे मैं किहड़ी गल आख सकदा। वो कहंदे कि दूसरा, हर नामे की होवो जोड़ी। दोस्ती जिहड़ी करनी है, प्यार करना है ना, नाम जपण वास्ते दोस्ती करो। मैं सिर्फ मैं 5 मिनटां च पा देना भोग, क्योंकि मेरी आल बललियां गल्लां हन। ते ओहदे विच इस तरह है कि हर नामे की होवो जोड़ी। तुसी अजकल मैनूं लगदा फेसबुक तो कोई नहीं बचिया आ, सारे असीं ਉਹਦੇ ਵਿੱਚ ਲੱਗੇ ਰਹਿੰਦੇ, ਬੁੜੇ ਨਿਆਣੇ ਜੋ ਵੀ ਹੁੰਦੇ ਆ ਬਸ ਸਟੇਟਸ ਪਾਉਂਦੇ ਹੀ ਰਹਿੰਦੇ ਆ। ਅੱਜ ਮੈਂ ਕਿੱਥੇ ਆ? ਮੈਂ ਜੀ ਫਲਾਨੀ ਰੈਸਟੋਰੈਂਟ 'ਚ ਬੈਠਾ, ਅੱਜ ਮੈਂ ਆਪਣੇ ਦੋਸਤ ਨਾਲ ਫਲਾਨੀ ਫਿਲਮ ਦੇਖ ਰਿਹਾ, ਪਰ ਅੱਜ ਤੱਕ ਕਿਸੇ ਨੇ ਵੀ ਐਸਾ ਸਟੇਟਮੈਂਟ ਨਹੀਂ ਲਿਖਿਆ ਸਟੇਟਸ ਕਿ ਮੈਂ ਅੱਜ ਗੁਰਦੁਆਰੇ ਬੈਠਾ ਨਿਤਨੇਮ ਕਰ ਰਿਹਾ। ਕਦੀ ਨਹੀਂ ਲਿਖਿਆ ਹੋਏਗਾ, और ना ही कदे इसका अपने ਉਹਦੇ ਵਿੱਚ मैसेज पाया होएगा कि मेरे दोस्तों, मेरे मित्रों, आप गुरुद्वारे इकट्ठे हो जाइए। हर नामे की होवो जोड़ी। पढ़ो इसनू सिर्फ इदा नहीं कि इनू सिर्फ उदा ही पढ़ के अखा मीट के काम चला लो। वो कहते हर नामे की होवो जोड़ी है, नाम जपण वास्ते जोड़ी बनो, जोड़ीदार बनो। हर नामे की होवो जोड़ी तो गुरमुख बैसो सफा विषय।
बैठो, बैठ के करिया करो, क्योंकि जीवन का कोई पता नहीं, किसी की गारंटी नहीं। अज कोई बंदा बाहर तुरिया फिरदा, ना उसकी उम्र का पता लगता, ना कुछ पढ़ता, पता ही इदा ही लगता जो फेसबुक के उपर आ जाता RIP। करके किसी का भरोसा नहीं है। साडे पिता जी कहते होंगे सी, कहते पता नहीं कल नूं किसी नूं माफी मंगण का भी मौका नहीं मिलना। तां करके असीं सतगुरु जी के हुक्म मनीए, कट्ठे होके उस सतगुरु का नाम जपीए, फर्क छड्ड दईए, सारिਆਂ ਵਿੱਚ उस अकाल पुरख ਨੂੰ देखिए। आप जी के सामने बेनती करते हैं, बड़ियां गलतियां मैं कीतियां होणगियां, आप साथ संग बख्शण जो। सत श्री अकाल।